ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਗਰੀਬ ਨਵਾਜ ਸ਼ਬਦ ਸਰੂਪ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੇ ਦਰਬਾਰ ਵਿੱਚ ਸੱਜ ਕੇ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰਦਿਆਂ ਹੋਇਆਂ ਗੁਰਬਾਣੀ ਉਪਦੇਸ਼ ਦਾ ਲਾਹਾ ਪ੍ਰਾਪਤ ਕੀਤਾ ਹੈ। ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਭਗਤ ਨਾਮਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਦੀ ਆਪਾਂ ਲੜੀਵਾਰ ਵਿਚਾਰ ਕਰਦਿਆਂ ਹੋਇਆਂ ਭਗਤ ਜੀ ਮਹਾਰਾਜ ਦੇ ਉਪਦੇਸ਼ ਨੂੰ ਵਿਚਾਰਨ ਅਤੇ ਸਮਝਣ ਦਾ ਯਤਨ ਕਰਦੇ ਹਾਂ। ਜਿਸ ਪਾਵਨ ਸ਼ਬਦ ਦਾ ਪਾਠ ਹੁਣੇ ਹੀ ਆਪ ਜੀ ਨੇ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1350 ਅਤੇ 51 ਦੇ ਉੱਤੇ ਇਹ ਪਾਵਨ ਸ਼ਬਦ ਸੁਭਾਈਮਾਨ ਹੈ। ਸ਼ਬਦ ਉੱਤੇ ਸੰਖੇਪ ਮੰਗਲਾਚਰਨ ਦਰਜ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭ ਤੋਂ ਵਧੇਰੇ ਇਸ ਸੰਖੇਪ ਰੂਪ ਵਿੱਚ ਹੀ ਗੁਰੂ ਸਾਹਿਬ ਜੀ ਨੇ ਮੰਗਲਾਚਰਨ ਦਰਜ ਕੀਤਾ ਹੈ। ਕੁੱਲ 4 ਰੂਪਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੰਗਲਾਚਰਨ ਦਰਜ ਹੈ, ਜਿਸ ਨੂੰ ਆਪਾਂ ਮੂਲ ਮੰਤਰ ਵੀ ਆਖਦੇ ਹਾਂ। ਸਭ ਤੋਂ ਸੰਖੇਪ ਰੂਪ ਮੰਗਲਾਚਰਨ ਦਾ ਇਹੀ ਹੈ। ਇੱਕ ਤੋਂ ਭਾਵ ਉਹ ਪਰਮੇਸ਼ਰੀ ਸੱਤਾ ਇੱਕ ਹੈ, ਬੱਝਵੀਂ ਹੈ, ਖੰਡਿਤ ਨਹੀਂ ਹੈ। ਉਹ ਇੱਕ ਪਰਮੇਸ਼ਰੀ ਹਸਤੀ ਕੁੱਲ ਆਲਮ ਦੇ ਵਿੱਚ, ਕੁੱਲ ਮਖਲੂਕ ਦੇ ਵਿੱਚ, ਕੁੱਲ ਕ੍ਰੀਏਸ਼ਨ ਸਿਰਜਣਾ ਦੇ ਵਿੱਚ ਮੌਜੂਦ ਹੈ। ਉਹ ਸਦੀਵ ਕਾਲ ਸਤ ਹੈ, ਕਾਇਮ ਹੈ, ਮੌਜੂਦ ਹੈ ਹਰ ਵੇਲੇ। ਸੱਚੇ ਗੁਰੂ ਦੇ ਅਨੁਭਵ ਨਾਲ ਜੁੜ ਕੇ ਹੀ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਹੀ ਜੀਵ ਨੂੰ ਐਸੀ ਪਰਮੇਸ਼ਰੀ ਸੱਤਾ ਦੀ ਸੋਝੀ ਹਾਸਲ ਹੁੰਦੀ ਹੈ। ਵਾਹਿਗੁਰੂ ਦਾ ਅਨੁਭਵ ਹੁੰਦਾ ਹੈ, ਪਰਮੇਸ਼ਰ ਦੀ ਸੋਝੀ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਹੀ ਸ਼ਬਦ ਦਾ ਸਿਰਲੇਖ ਦਰਜ ਹੈ। ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ। ਰਾਗ ਦਾ ਨਾਮ ਪ੍ਰਭਾਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੀਰਲਾ ਰਾਗ ਜੋ ਹੈ ਉਹ ਜੈਜਾਵੰਤੀ ਹੈ। ਉਸ ਤੋਂ ਪਹਿਲਾਂ ਪ੍ਰਭਾਤੀ ਰਾਗ ਆਉਂਦਾ ਹੈ। ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ। ਇਸ ਰਾਗ ਦੇ ਵਿੱਚ ਕੁੱਲ ਭਗਤ ਜੀ ਮਹਾਰਾਜ ਦੇ 3 ਸ਼ਬਦ ਦਰਜ ਹਨ। ਇਸ ਲਈ ਇਹ ਸਾਂਝਾ ਸਿਰਲੇਖ ਹੈ 3 ਸ਼ਬਦਾਂ ਦਾ। ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਬੇਦੀ ਅਲੇ ਗੋਪਾਲ ਗੁਸਾਈ, ਮੇਰਾ ਪ੍ਰਭ ਰਵਿਆ ਸਰਬੇ ਠਾਈ। ਬੇਦੀ ਅਲੇ ਦਾ ਅਰਥ ਹੈ ਵਿੰਨਿਆ ਜਾਣਾ। ਜਿਹੜੀ ਚੀਜ਼ ਮੰਨ ਲਓ ਮੋਤੀ ਹਨ, ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਮੋਤੀ ਪਰੋ ਲੈਣਾ। ਕਿਸੇ ਮੋਤੀ ਵਿੱਚ ਜਾਂ ਹੀਰੇ ਵਿੱਚ ਜਾਂ ਐਸੀ ਚੀਜ਼ ਵਿੱਚ ਛੇਕ ਕਰਕੇ ਧਾਗਾ ਉਸ ਦੇ ਆਰ ਪਾਰ ਕਰਕੇ ਉਸ ਨੂੰ ਧਾਗੇ ਵਿੱਚ ਇਕੱਠਿਆਂ ਪਰੋ ਲੈਣਾ। ਪਰੋਣ ਤੋਂ ਪਹਿਲਾਂ ਉਸ ਦੇ ਵਿੱਚ ਦੀ ਧਾਗਾ ਜਾਂ ਕੋਈ ਚੇਨ ਲੰਘਾਉਣ ਵਾਸਤੇ ਉਸ ਨੂੰ ਵਿੰਨਿਆ ਜਾਂਦਾ, ਉਸ ਵਿੱਚ ਛੇਕ ਕੀਤਾ ਜਾਂਦਾ ਤਾਂ ਕਿ ਉਹਨਾਂ ਮੋਤੀਆਂ ਨੂੰ ਇਕੱਠਿਆਂ ਕੀਤਾ ਜਾ ਸਕੇ, ਇੱਕ ਸੂਤਰ ਵਿੱਚ ਪਰੋਇਆ ਜਾ ਸਕੇ। ਜਿਵੇਂ ਸਿਆਣਿਆਂ ਦਾ ਕਥਨ ਹੈ ਵੀ ਹੀਰਾ ਵਿੰਨਣਾ ਹੋਵੇ ਤੇ ਉਸ ਨੂੰ ਹੀਰੇ ਦੇ ਨਾਲ ਵਿੰਨਿਆ ਜਾਂਦਾ ਹੈ। ਕਿਸੇ ਦੂਸਰੀ ਚੀਜ਼ ਨਾਲ ਇੱਕ ਸੁਰ ਕਰਨ ਵਾਸਤੇ ਉਸ ਨੂੰ ਸੱਚੇ ਵਿੱਚ ਢਾਲਿਆ ਜਾਂਦਾ ਹੈ। ਉਸ ਨੂੰ ਵਿੰਨ ਕੇ ਉਸ ਨੂੰ ਉਸ ਚੀਜ਼ ਦੇ ਮੁਤਾਬਕ ਬਣਾਇਆ ਜਾਂਦਾ ਹੈ। ਜਿਵੇਂ ਇੱਕ ਹੋਰ ਉਦਾਹਰਣ ਲੈ ਲਈਏ,
ਸੁਨਿਆਰ ਨੇ ਕੁਠਾਲੀ ਦੇ ਵਿੱਚ ਸਭ ਤੋਂ ਪਹਿਲਾਂ ਸੋਨਾ ਪਾ ਕੇ, ਸੁਹਾਗਾ ਪਾ ਕੇ ਉਸ ਨੂੰ ਅੱਗ ਦੇ ਉੱਤੇ ਤਪਾਇਆ। ਸੋਨਾ ਪਿਘਲ ਗਿਆ ਪਾਣੀ ਵਾਂਗ। ਫਿਰ ਉਸਨੇ ਉਸ ਨੂੰ ਇੱਕ ਆਪਣੇ ਮੁਤਾਬਕ, ਕਿਉਂਕਿ ਜਿਸ ਤਰ੍ਹਾਂ ਦਾ ਉਸਨੇ ਉਹਨੂੰ ਆਕਾਰ ਦੇਣਾ ਸੀ, ਸ਼ੇਪ ਦੇਣੀ ਸੀ, ਉਹਨੂੰ ਸਾਂਚੇ ਵਿੱਚ ਪਾ ਕੇ ਉਹਨੂੰ ਢਾਲ ਲਿਆ। ਫਿਰ ਉਸ ਨੂੰ ਉਸਨੇ ਕਢਾਈ ਕਰਕੇ ਤੇ ਉਸ ਦਾ ਉਸਨੇ ਸੁੰਦਰ ਰੂਪ ਉਘਾੜਿਆ, ਪ੍ਰਗਟ ਕੀਤਾ। ਹੁਣ ਉਸ ਨੂੰ ਢਾਲਣ ਵਾਸਤੇ, ਉਸ ਨੂੰ ਆਪਣੇ ਮੁਤਾਬਕ ਘੜਨ ਵਾਸਤੇ ਪਹਿਲਾਂ ਉਸ ਨੂੰ ਢਾਲ ਲਿਆ ਤੇ ਫਿਰ ਉਸ ਨੂੰ ਆਪਣੇ ਬਣਦੇ ਸੱਚੇ ਵਿੱਚ ਪਾ ਲਿਆ। ਫਿਰ ਉਸ ਨੂੰ ਉਹੋ ਜਿਹੀ ਸ਼ਕਲ ਮਿਲੀ ਜਿਹੋ ਜਿਹੀ ਉਹ ਚਾਹੁੰਦਾ ਸੀ। ਤੋ ਇਉਂ ਸਮਝੀਏ ਵੀ ਸਾਡੇ ਮਨ ਦਾ ਵਿੰਨਿਆ ਜਾਣਾ ਭਾਵ ਇਹ ਹੈ ਕਿ ਜੇ ਪਰਮੇਸ਼ਰ ਦੇ ਗੁਣ, ਵਾਹਿਗੁਰੂ ਦਾ ਨਾਮ, ਉਸ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਸਾਡੇ ਮਨ ਵਿੱਚ ਰਿੱਝਦਾ ਨਹੀਂ, ਵਸਦਾ ਨਹੀਂ, ਸਮਾਉਂਦਾ ਨਹੀਂ, ਤਾਂ ਇਹ ਮਨ ਕਦੇ ਵੀ ਪਰਮੇਸ਼ਰ ਵਾਹਿਗੁਰੂ ਦੀ ਇਬਾਦਤ ਵਿੱਚ ਨਹੀਂ ਜੁੜ ਸਕਦਾ। ਇਬਾਦਤ ਦਾ ਅਰਥ ਹੀ ਮਨ ਅੰਦਰ ਅਹਿਸਾਸ ਪੈਦਾ ਕਰਨਾ ਹੈ, ਮਾਨਸਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਪਰਮੇਸ਼ਰ ਨਾਲ ਜੋੜਨਾ ਹੈ। ਬਾਕੀ ਸਾਰੇ ਜਿਹੜੇ ਯਤਨ ਹਨ ਉਹ ਅਭਿਆਸ ਹਨ ਕਿ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ, ਸਤਸੰਗ ਕਰਦੇ ਹਾਂ, ਕੋਈ ਰੱਬ ਦੀ ਗੱਲ ਕਰਦੇ ਹਾਂ, ਉਸ ਬਾਰੇ ਸੁਣਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ, ਇਹ ਸਾਰੇ ਯਤਨ ਹਨ, ਕੋਸ਼ਿਸ਼ ਹੈ, ਪ੍ਰਯਾਸ ਹਨ। ਇਹ ਅਸੀਂ ਟਰਾਈ ਕਰਦੇ ਹਾਂ ਵੀ ਇਸ ਤਰ੍ਹਾਂ ਅਸੀਂ ਆਪਣੇ ਮਕਸਦ ਜਿਹੜਾ ਹੈ ਮਨ ਦਾ, ਜਿਵੇਂ ਬਾਣੀ ਵਿੱਚ ਵਾਕ ਆਉਂਦਾ, ਆਪਾਂ ਪਹਿਲੀ ਬਾਣੀ ਪੜ੍ਹਦੇ ਹਾਂ, ਤਿੱਥੈ ਸੀਤੋ ਸੀਤਾ ਮਹਿਮਾ ਮਾਹ। ਕੱਪੜੇ ਦੇ ਦੋ ਹਿੱਸੇ ਹੋਣ ਤੇ ਉਹਨਾਂ ਨੂੰ ਜੇ ਤੁਸੀਂ ਜੋੜਨਾ ਹੋਵੇ ਤੇ ਉਹਨੂੰ ਸੀਂਦੇ ਹਾਂ। ਇਸ ਵਾਸਤੇ ਜਿਹੜਾ ਸੀਨਾ ਹੈ ਉਹ ਹੈ ਕੱਪੜੇ ਦੇ ਦੋ ਹਿੱਸਿਆਂ ਨੂੰ ਇਕੱਠਿਆਂ ਕਰਨਾ ਤੇ ਫਿਰ ਉਹਨਾਂ ਨੂੰ ਇਸ ਯੋਗ, ਇਸ ਲਾਇਕ ਬਣਾਉਣਾ ਵੀ ਉਹਨਾਂ ਨੂੰ ਵਰਤਿਆ ਜਾ ਸਕੇ। ਮਨ ਨੂੰ ਪਰਮੇਸ਼ਰ ਦੇ ਨਾਲ ਸੀ ਲੈਣਾ, ਮਹਿਮਾ ਮਾਏ, ਵਾਹਿਗੁਰੂ ਦੀ ਵਡਿਆਈ ਨਾਲ ਸੀ ਦੇਣਾ, ਜੋੜ ਦੇਣਾ, ਉਸ ਦੀ ਸਾਂਝ ਬਣਾ ਦੇਣਾ। ਜਿਵੇਂ ਭਗਤ ਨਾਮਦੇਵ ਸਾਹਿਬ ਦਾ ਹੀ ਆਪਾਂ ਇੱਕ ਸ਼ਬਦ ਪਿੱਛੇ ਪੜ੍ਹਿਆ, ਸੋਇਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰ ਸਿਉ ਲਾਗਾ। ਹੁਣ ਵੇਖੋ ਨਾ, ਜਿਹੜਾ ਦਰਜੀ ਹੈ, ਕੱਪੜੇ ਸੀਂਦਾ ਹੈ, ਉਹਨੂੰ ਦੋਵਾਂ ਚੀਜ਼ਾਂ ਦੀ ਲੋੜ ਹੀ ਹੁੰਦੀ ਹੈ। ਕੈਂਚੀ ਦੀ ਲੋੜ ਵੀ ਹੈ, ਕੱਪੜਾ ਕੱਟਣਾ, ਜਿੰਨੀ ਉਹਨੂੰ ਜ਼ਰੂਰਤ ਹੈ, ਜਿੱਥੋਂ ਜ਼ਰੂਰਤ ਹੈ ਕੱਟੇਗਾ, ਤੇ ਸੂਈ ਧਾਗੇ ਦੀ ਲੋੜ ਵੀ ਹੈ, ਜਿਸ ਨਾਲ ਉਹਨੇ ਕੱਪੜੇ ਨੂੰ ਸੀਣਾ ਹੈ, ਗੰਢਣਾ ਹੈ, ਜੋੜਨਾ ਹੈ। ਦੋ ਪਾਰਟ ਉਹਨੇ ਵੱਖਰੇ ਵੱਖਰੇ ਜੋੜਨੇ, ਫਿਰ ਹੀ ਲਿਬਾਸ ਬਣੇਗਾ, ਫਿਰ ਹੀ ਪ੍ਰੋਪਰ ਢੰਗ ਨਾਲ ਉਹ ਮਨੁੱਖ ਦੇ ਸਰੀਰ ਨੂੰ ਕੱਜਣ ਦੇ ਯੋਗ ਬਣੇਗਾ, ਢੱਕਣ ਦੇ ਯੋਗ ਬਣੇਗਾ। ਕੈਂਚੀ ਦੀ ਆਪਣੀ ਲੋੜ ਹੈ, ਆਪਣਾ ਕੰਮ ਹੈ, ਤੇ ਸੂਈ ਧਾਗੇ ਦਾ ਆਪਣਾ ਕੰਮ ਹੈ। ਸਾਰਿਆਂ ਦਾ ਹੀ ਆਪਣੀ ਆਪਣੀ ਜ਼ਰੂਰਤ ਹੁੰਦੀ ਹੈ। ਹੁਣ ਮਨ ਮੇਰੋ ਗਜ, ਜਿਹਬਾ ਮੇਰੀ ਕਾਤੀ, ਕੱਪੜਾ ਮਿਣਤੀ ਵਿੱਚ ਵੀ ਹੋਵੇ, ਉਹ ਕਟਿਆ ਵੀ ਜਾਏ, ਤੇ ਫਿਰ ਉਸ ਨੂੰ ਸੂਈ ਤੇ ਧਾਗੇ ਨਾਲ ਸੀਆਂ ਵੀ ਜਾਏ, ਜੋੜਿਆ ਵੀ ਜਾਏ, ਤਾਂ ਕਿ ਉਹ ਪਹਿਨਣ ਦੇ ਯੋਗ ਲਿਬਾਸ ਬਣ ਸਕੇ। ਹੁਣ ਉੱਥੇ ਜਿਹੜਾ ਉਹਨਾਂ ਸ਼ਬਦ ਵਰਤਿਆ, ਸੋਇਨੇ ਕੀ ਸੂਈ ਰੁਪਏ ਕਾ ਧਾਗਾ, ਸ਼ਬਦ ਦੇ ਧਾਗੇ ਨਾਲ, ਸੁਰਤ ਦੀ ਸੂਈ ਨਾਲ ਮੈਂ ਪਰਮੇਸ਼ਰ ਵਾਹਿਗੁਰੂ ਦੇ ਨਾਲ ਆਪਣੇ ਮਨ ਦਾ ਜੋੜ ਬਣਾ ਲਿਆ, ਸਾਂਝ ਕੱਢ ਲਈ। ਸ਼ਬਦ ਨੂੰ ਸਾਧਨ ਰੂਪ ਵਿੱਚ ਵਰਤ ਕੇ, ਸ਼ਬਦ ਰਾਹੀਂ, ਸ਼ਬਦ ਦੇ ਅਭਿਆਸ, ਸ਼ਬਦ ਦੀ ਕਮਾਈ, ਸ਼ਬਦ ਨੂੰ ਆਪਣੀ ਸੁਰਤ ਵਿੱਚ, ਚੇਤਨਾ ਵਿੱਚ ਵਸਾ ਕੇ ਮੇਰੇ ਅੰਦਰ ਜਿਹੜੇ ਅਹਿਸਾਸ ਪੈਦਾ ਹੋਏ, ਜਿਹੜੀ ਫੀਲਿੰਗ ਪੈਦਾ ਹੋਈ, ਜਿਹੜੀ ਖਿਆਲੀ ਪ੍ਰਵਾਜ਼ ਪੈਦਾ ਹੋਈ, ਜੋ ਮੇਰੀ ਥਿੰਕਿੰਗ ਬਣ ਗਈ, ਜੋ ਮੇਰੇ ਅੰਦਰ ਫੁਰਨੇ ਤੇ ਮੇਰੇ ਅੰਦਰ ਸੰਕਲਪ ਪੈਦਾ ਹੋਏ, ਉਹ ਵਾਹਿਗੁਰੂ ਦੇ ਹੋਣ ਦੇ ਬਾਰ-ਬਾਰ ਮੈਨੂੰ ਅਹਿਸਾਸ ਕਰਾਉਂਦੇ ਸਨ, ਚੇਤਾ ਕਰਾਉਂਦੇ ਸਨ। ਉਹ ਮੈਨੂੰ ਕਦੇ ਭੁੱਲਣ ਨਹੀਂ ਸਨ ਦਿੰਦੇ। ਫਿਰ ਉਹ ਥਿੰਕਿੰਗ ਮੇਰੇ ਅੰਦਰ, ਮੇਰੀ ਬਣਤਰ, ਮੇਰੇ ਸੁਭਾਅ, ਮੇਰੇ ਵਿਹਾਰ, ਮੇਰੀ ਮਾਨਸਿਕ ਦਸ਼ਾ ਵਿੱਚ ਉਤਰ ਗਈ। ਤਾਂ ਉਹਦੇ ਵੱਖਰੇ ਵੱਖਰੇ ਪੜਾਅ ਦੱਸੇ ਨੇ। ਜਿਵੇਂ ਆਪਾਂ ਪਹਿਲਾਂ ਕੋਈ ਗੱਲ ਕਰਦੇ ਹਾਂ ਜਾਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਫਿਰ ਅਸੀਂ ਉਹਨੂੰ ਸੋਚਦੇ ਹਾਂ ਵੀ ਇਹ ਗੱਲ ਕਿਵੇਂ ਹੈ,
ਫਿਰ ਉਹ ਚੀਜ਼ ਨੂੰ ਅਸੀਂ ਹੌਲੀ ਹੌਲੀ ਆਪਣੇ ਖਿਆਲ ਸ਼ਕਤੀ ਵਿੱਚ ਵਸਾਉਂਦੇ, ਉਹਨੂੰ ਅਸੀਂ ਕਹਿੰਦੇ ਚਿੰਤਨ ਕਰਨਾ। ਬਾਰ-ਬਾਰ ਉਸ ਚੀਜ਼ ਦੇ ਉੱਤੇ ਮਨ ਜਦੋਂ ਵਰਕ ਕਰਦਾ, ਕੰਮ ਕਰਦਾ, ਤਾਂ ਉਹਨੂੰ ਚਿੰਤਨ ਕਿਹਾ ਜਾਂਦਾ। ਜਿਵੇਂ ਫਿਜ਼ੀਕਲੀ ਕੋਈ ਕੰਮ ਬਾਰ-ਬਾਰ ਕਰਦੇ ਹਾਂ ਤਾਂ ਉਹਦਾ ਅਭਿਆਸ ਹੁੰਦਾ। ਮਨ ਵਿੱਚ ਜਦੋਂ ਉਹ ਚੀਜ਼ ਆਉਂਦੀ ਹੈ ਬਾਰ-ਬਾਰ, ਤਾਂ ਉਹ ਚਿੰਤਨ ਮਨ ਦਾ ਅਭਿਆਸ ਹੁੰਦਾ। ਉਸ ਅਭਿਆਸ ਨੇ ਹੀ ਸਾਡੀ ਬਣਤਰ ਨੂੰ ਚੇਂਜ ਕਰਨਾ, ਸਾਡੇ ਅੰਦਰ ਦੀ ਪ੍ਰਵਿਰਤੀ ਨੂੰ, ਸਾਡੇ ਸੁਭਾਅ ਨੂੰ, ਸਾਡੇ ਕਰਮ ਨੂੰ। ਜਦੋਂ ਸਾਡੀ ਬਣਤਰ ਵਿੱਚ ਵਸ ਜਾਂਦੀ ਹੈ ਤਾਂ ਉਹ ਚੀਜ਼ ਆਟੋਮੈਟਿਕਲੀ ਸਾਡੇ ਅੰਦਰ ਨੂੰ ਚੇਂਜ ਕਰ ਦਿੰਦੀ, ਤਬਦੀਲ ਕਰ ਦਿੰਦੀ, ਬਦਲ ਦਿੰਦੀ। ਤੋ ਇਹ ਬਦਲਾਅ ਜਿਹੜਾ ਇੱਕ ਪ੍ਰੋਸੈਸ ਹੈ, ਇੱਕ ਸਫ਼ਰ ਹੈ, ਕੋਈ ਜਾਦੂ ਨਹੀਂ ਹੈ। ਇਹ ਸਾਡੇ ਅੰਦਰ ਸਾਰਾ ਵਰਕਆਊਟ ਚੱਲਦਾ ਹੈ, ਕਰਮ ਚੱਲਦਾ ਹੈ, ਇੱਕ ਅਭਿਆਸ ਚੱਲਦਾ ਹੈ, ਪ੍ਰੈਕਟਿਸ ਹੁੰਦੀ ਹੈ ਮਨ ਦੀ, ਖਿਆਲਾਂ ਦੀ, ਸੁਰਤ ਪੱਧਰ ਦੇ ਉੱਤੇ, ਫਿਰ ਜਾ ਕੇ ਅੰਦਰ ਤਬਦੀਲੀ ਵਾਪਰਦੀ। ਤੋ ਇਹ ਬੜਾ ਮਸ਼ੱਕਤ ਭਰਿਆ ਕਾਰਜ ਹੁੰਦਾ ਹੈ, ਕਿਉਂਕਿ ਜਿਹੜੇ ਰਾਹ ਤੇ ਅਸੀਂ ਤੁਰੇ ਹੋਈਏ ਰਸਤਾ ਬਦਲਣਾ ਇੰਨਾ ਸਹਿਲਾ ਨਹੀਂ ਹੁੰਦਾ। ਉੱਥੇ ਸਾਨੂੰ ਆਦਤ ਬਣ ਚੁੱਕੀ ਹੁੰਦੀ ਹੈ, ਸਾਨੂੰ ਉਹ ਸੌਖਾ ਲੱਗਦਾ। ਫਿਰ ਜਿਹੜੀ ਚੀਜ਼ ਸਾਨੂੰ ਸੌਖੀ ਲੱਗਦੀ ਉਹਦਾ ਸਾਨੂੰ ਸਵਾਦ ਵੀ ਬਣ ਜਾਂਦਾ, ਟੇਸਟ ਪੈ ਜਾਂਦਾ। ਉਹ ਟੇਸਟ ਨੂੰ ਬਦਲਣਾ ਸਾਡੇ ਲਈ ਬੜਾ ਕਠਿਨ ਹੋ ਜਾਂਦਾ, ਬੜਾ ਔਖਾ ਹੋ ਜਾਂਦਾ। ਤੇ ਇਸ ਵਾਸਤੇ ਬਿਲਕੁਲ ਹੀ ਇਹ ਜਿਹੜੀ ਤਬਦੀਲੀ, ਜਿਹੜਾ ਪਰਿਵਰਤਨ ਹੈ, ਇਹ ਸਾਨੂੰ, ਜਿਹਨੂੰ ਅਸੀਂ ਕਹਿੰਦੇ ਸੈਲਫ ਪ੍ਰੈਕਟਿਸ, ਨਿੱਜ ਦਾ ਅਭਿਆਸ, ਖੁਦ ਨੂੰ ਸਮਝਾਉਣਾ ਪੈਂਦਾ, ਖੁਦ ਨੂੰ ਪੜ੍ਹਾਉਣਾ ਪੈਂਦਾ, ਖੁਦ ਨੂੰ ਹੀ ਬਦਲਣਾ ਪੈਂਦਾ। ਤੁਸੀਂ ਇੱਥੇ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਇੱਥੇ ਉਹ ਸਟੇਜ ਹੀ ਨਹੀਂ ਵੀ ਤੁਸੀਂ ਦੋਸ਼ ਦਿਓ ਵੀ ਮੈਂ ਇਹਦਾ ਕਰਕੇ ਨਹੀਂ ਬਦਲ ਰਿਹਾ, ਮੈਂ ਉਹਦਾ ਕਰਕੇ ਨਹੀਂ। ਇੱਥੇ ਉਹ ਬਹਾਨਾ ਹੀ ਨਹੀਂ ਵੀ ਮੈਨੂੰ ਦੂਜਾ ਬਦਲਣ ਨਹੀਂ ਦੇ ਰਿਹਾ, ਮੈਂ ਚਾਹੁੰਦਾ ਵੀ ਮੈਂ ਚੰਗਾ ਬਣਾ ਪਰ ਮੈਨੂੰ ਦੁਨੀਆ ਨਹੀਂ ਬਣਨ ਦਿੰਦੀ। ਇੱਥੇ ਤਾਂ ਉਹ ਚੀਜ਼ ਹੀ ਨਹੀਂ। ਇੱਥੇ ਤੇ ਸਾਰਾ ਕੰਮ ਹੀ ਆਪਣੇ ਆਪ ਉੱਤੇ ਕਰਨਾ ਹੈ। ਪਰ ਮਨੁੱਖ ਦਾ ਸੁਭਾਅ ਕਹਿੰਦਾ ਮੇਰਾ ਆਲਾ ਦੁਆਲੇ ਸਾਰੇ ਸੰਤ ਬਣ, ਫਿਰ ਮੈਂ ਸੋਚਦਾ ਕਿ ਫਿਰ ਮੈਂ ਬਦਲਣਾ ਕਿ ਨਹੀਂ ਬਦਲਣਾ। ਆਪਾਂ ਸਾਰੇ ਇਸ ਤਰ੍ਹਾਂ ਹੀ ਕਰਦੇ। ਮੈਨੂੰ ਕੋਈ ਕਵੇ, ਤੁਹਾਨੂੰ ਕੋਈ ਕਵੇ ਆਹ ਕੰਮ, ਉਹ ਕਹਿੰਦਾ ਜੀ ਬਾਕੀ ਦੁਨੀਆ ਕਿਤੇ ਦੁੱਧ ਧੋਤੀ ਹੈ। ਉਹ ਵੇਖਦਾ ਹੀ ਸੰਸਾਰ ਵੱਲ ਹੈ ਵੀ ਲੋਕ ਦੁੱਧ ਧੋਤੇ ਹੋ ਜਾਣ, ਉਸ ਤੋਂ ਬਾਅਦ ਮੈਂ ਆਪਣਾ ਸਫ਼ਰ ਸ਼ੁਰੂ ਕਰਾਂ। ਤੇ ਉਹ ਵੀ ਇਸ ਤਰ੍ਹਾਂ ਹੀ ਕਹਿਣਗੇ, ਤੁਸੀਂ ਉਹਨਾਂ ਨੂੰ ਪੁੱਛ ਲਓ ਜਿੰਨੇ ਉਹਦੇ ਆਲੇ ਦੁਆਲੇ, ਜਿੰਨੇ ਮੇਰੇ ਆਲੇ ਦੁਆਲੇ ਲੋਕ ਨੇ, ਉਹਨਾਂ ਦੀ ਵੀ ਦਲੀਲ ਇਹੋ ਹੀ ਹੈ। ਹਰ ਇੱਕ ਇਹੀ ਦਲੀਲ ਦਿੰਦਾ ਜੀ ਬਾਕੀ ਦੁਨੀਆ ਕਿਤੇ ਦੁੱਧ ਧੋਤੀ ਹੈ, ਮੈਂ ਇਕੱਲਾ ਸੰਤ ਬਣ ਕੇ ਕੀ ਕਰਨਾ ਹੈ, ਮੈਂ ਇਕੱਲੇ ਧਰਮੀ ਬਣ ਕੇ ਕੀ ਕਰਨਾ, ਮੈਂ ਅਸੂਲਾਂ ਦਾ ਪੱਲਾ ਕਿਉਂ ਫੜੀ ਛੱਡਾਂ। ਤੋ ਇਹ ਸਾਡਾ ਲੌਜਿਕ, ਇਹ ਸਾਡਾ ਤਰਕ, ਇਹ ਸਾਡੀ ਬਹਾਨੇਬਾਜ਼ੀ ਹੁੰਦੀ ਹੈ। ਆਪਣੇ ਉਸ ਸੁਭਾਅ ਨੂੰ ਪ੍ਰੋਟੈਕਟ ਕਰਨ ਲਈ, ਸੁਰੱਖਿਅਤ ਕਰਨ ਲਈ, ਜਿਹੜਾ ਅਸੀਂ ਹੁਣ ਤੱਕ ਕਮਾਇਆ ਹੁੰਦਾ ਉਹਨੂੰ ਅਸੀਂ ਬਦਲਣਾ, ਚੇਂਜ ਨਹੀਂ ਕਰਨਾ ਚਾਹੁੰਦੇ। ਉਹਦੇ ਵਿੱਚੋਂ ਇਹ ਚੀਜ਼ ਨਿਕਲਦੀ ਹੈ। ਅਸੀਂ ਉਹਨੂੰ ਸਲਾਹ ਰਹੇ ਹੁੰਦੇ ਹਾਂ ਦੂਜੇ ਸ਼ਬਦਾਂ ਦੇ ਵਿੱਚ ਵੀ ਇਹ ਠੀਕ ਹੈ, ਮੈਂ ਗਲਤ ਨਹੀਂ ਹਾਂ, ਮੈਂ ਬਿਲਕੁਲ ਸਹੀ ਹਾਂ। ਕਿਉਂਕਿ ਉਹ ਸਾਨੂੰ ਸੁਭਾਅ ਪਿਆਰਾ ਹੈ, ਉਹ ਸਾਨੂੰ ਆਦਤ ਪਿਆਰੀ ਹੈ, ਉਹ ਸਾਨੂੰ ਕਰਮ ਪਿਆਰਾ ਹੈ, ਜਿਸ ਦੀ ਅਸੀਂ ਇੰਨਾ ਲੰਮਾ ਸਮਾਂ ਪ੍ਰੈਕਟਿਸ ਕਰਕੇ ਉਹਨੂੰ ਪਕਾ ਲਿਆ। ਉਹਦੇ ਚੋਂ ਸਾਨੂੰ ਸਵਾਦ ਤੇ ਟੇਸਟ ਆਉਣ ਲੱਗ ਪਿਆ। ਤੋ ਉਹਦੇ ਅਗੇਂਸਟ ਜਿੱਥੇ ਵੀ ਖਿਆਲ ਆਏਗਾ, ਸਭ ਤੋਂ ਪਹਿਲਾਂ ਕਸ਼ਮਕਸ਼ ਹੋਏਗੀ ਸਾਡੇ ਅੰਦਰ। ਜਦੋਂ ਬਾਣੀ ਕਹਿੰਦੇ ਨਾ ਗਿਆਨ ਖੜਗ ਲੈ ਮਨ ਸਿਉ ਲੂਝੈ, ਵੀ ਗੁਰੂ ਉਪਦੇਸ਼ ਦੀ ਖੜਗ ਤਲਵਾਰ ਲੈ ਕੇ, ਵਿਵੇਕ ਦੀ ਤਲਵਾਰ, ਆਤਮ ਚਿੰਤਨ ਦੀ ਤਲਵਾਰ ਨਾਲ ਆਪਣੇ ਮਨ ਨਾਲ ਲੜ, ਆਪਣੇ ਆਪ ਨਾਲ ਝਗੜਾ ਕਰ। ਇਹ ਜੰਗ ਤੇਰੇ ਆਪਣੇ ਆਪ ਨਾਲ, ਤੂੰ ਖੁਦ ਨੇ ਲੜਨੀ। ਦੂਜਾ ਕਹੇਗਾ ਤੇ ਈਗੋ ਦਾ ਮਸਲਾ ਵੀ ਬਣਦਾ। ਦੂਜਾ ਸਾਨੂੰ ਕਹੇਗਾ, ਬੜੀ ਚੰਗੀ ਮੱਤ ਵੈਸੀ, ਬਿਲਕੁਲ ਡਿੱਗਣ ਵਾਲੇ ਹੋਈਏ ਨਾ ਖਾਈ 'ਚ, ਦੂਜਾ ਸਾਨੂੰ ਆ ਕੇ ਬਾਹੋਂ ਫੜ ਲੈ, ਤੇ ਅਸੀਂ ਉਹਨੂੰ ਇਹ ਵੀ ਕਹਿ ਸਕਦੇ ਤੂੰ ਕੌਣ ਹੁੰਦਾ ਹੈ ਮੇਰੇ ਕੰਮ ਵਿੱਚ ਦਖਲ ਦੇਣ। ਉਹ ਕਹੇਗਾ ਮੈਂ ਤਾਂ ਤੈਨੂੰ ਬਚਾ ਰਿਹਾ, ਮੈਂ ਤੈਨੂੰ ਬਚਾ ਰਿਹਾ ਵੀ ਤੂੰ ਡਿੱਗ ਪਿਆ, ਤੂੰ ਡਿੱਗ ਰਿਹਾ, ਮੈਂ ਚਾਹੁੰਦਾ ਵੀ ਤੂੰ ਬਚ ਜਾਏ। ਪਰ ਬੰਦੇ ਦੀ ਈਗੋ ਹੈ, ਉਹ ਕਹਿੰਦੇ ਤੂੰ ਕੌਣ ਹੁੰਦਾ, ਮੈਂ ਡਿੱਗਾ, ਮੈਂ ਮਰਾਂ ਚਾਹੇ ਜੀਵਾਂ, ਤੈਨੂੰ ਕੀ ਪ੍ਰੋਬਲਮ ਹੈ, ਤੂੰ ਆਪਣਾ ਕੰਮ ਕਰ। ਹੁਣ ਉਹਦਾ ਤਰਸ ਹੈ, ਉਹਦੀ ਦਇਆ ਹੈ, ਉਹ ਚਾਹੁੰਦਾ ਵੀ ਬਚ ਜਾਏ, ਖੌਰੇ ਨੂੰ ਪਤਾ ਨਹੀਂ। ਪਰ ਸਾਡੀ ਈਗੋ ਕਹਿੰਦੀ ਹੁੰਦੀ ਤੂੰ ਕੌਣ ਹੁੰਦਾ ਦਖਲ ਦੇਣ ਵਾਲਾ, ਇਹ ਮੇਰੀ ਲਾਈਫ ਹੈ, ਮੈਂ ਜੀਵਾਂ ਚਾਹੇ ਮਰਾਂ, ਚਾਹੇ ਡਿੱਗਾਂ, ਚਾਹੇ ਉੱਠਾਂ, ਤੂੰ ਇਸ ਤਰ੍ਹਾਂ ਨਹੀਂ ਕਰ ਸਕਦਾ। ਉਹ ਉਸ ਵੇਲੇ ਜੋ ਅਸੀਂ ਬੋਲ ਰਹੇ ਹੁੰਦੇ ਹਾਂ, ਉਹ ਸਾਡੀ ਈਗੋ ਵਿੱਚੋਂ ਨਿਕਲਦਾ ਹੈ, ਸਾਡੀ ਬਣਤਰ ਵਿੱਚੋਂ ਨਿਕਲਦਾ ਹੈ। ਉਹ ਭਲਾ ਕਰਨ ਵਾਲੇ ਦੇ ਵੀ ਅਗੇਂਸਟ ਖਲੋ ਜਾਂਦਾ ਹੈ। ਉਹਦਾ ਧੰਨਵਾਦ ਤਾਂ ਛੱਡੋ, ਚੁੱਪ ਰਹਿਣ ਵਿੱਚ ਵੀ ਬੰਦੇ ਨੂੰ ਇਹ ਲੱਗਦਾ ਵੀ ਮੇਰੀ ਹੱਤਕ ਹੋਣੀ ਹੈ ਜੇ ਮੈਂ ਇਹਨੂੰ ਜਵਾਬ ਨਾ ਦਿੱਤਾ ਤਾਂ।
ਇੱਕ ਤਾਂ ਹੁੰਦਾ ਨਾ ਉਹਦਾ ਧੰਨਵਾਦ ਕਰਨਾ ਵੀ ਤੂੰ ਮੈਨੂੰ ਬਚਾਇਆ, ਦੂਜਾ ਵੀ ਬੰਦਾ ਚੁੱਪ ਰਹਿ ਲੈ, ਚਲੋ ਜੇ ਇੰਨੀ ਵੀ ਬੰਦਾ ਨਹੀਂ ਕਰ ਸਕਦਾ ਚੁੱਪ ਰਹਿ ਲੈ ਵੀ ਠੀਕ ਹੈ। ਪਰ ਨਹੀਂ, ਬੰਦੇ ਦੀ ਈਗੋ ਪ੍ਰਵਾਹ, ਉਹ ਕਹਿੰਦੀ ਹੈ ਵੀ ਜੇ ਤੂੰ ਇਹਨੂੰ ਕਾਊਂਟਰ ਨਾ ਕੀਤਾ ਤਾਂ ਇਹ ਬੰਦਾ, ਇਹਦਾ ਤੇਰੇ ਉੱਤੇ ਅਹਿਸਾਨ ਚੜ ਜਾਣਾ ਵੀ ਮੈਂ ਬਚਾਇਆ। ਤਾਂ ਮਨ ਦੀ ਬਣਤਰ ਦੇ ਵਿੱਚ ਇਹ ਚੀਜ਼ਾਂ ਹਨ, ਬਹੁਤ ਡੂੰਘੀਆਂ ਹਨ, ਪਰ ਮਨ ਇਹਨਾਂ ਚੀਜ਼ਾਂ ਨਾਲ ਹੀ ਘੜਿਆ ਗਿਆ, ਇਹਨਾਂ ਨਾਲ, ਇਹ ਮਟੀਰੀਅਲ ਹੈ ਸਾਰਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਬਣਤਰ ਨੂੰ ਜਦੋਂ ਬਦਲਣ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਸਭ ਤੋਂ ਕਠਿਨ ਮਾਰਗ ਕਹਿੰਦੇ, ਸਭ ਤੋਂ ਔਖਾ, ਸਭ ਤੋਂ ਬਿਖਮ, ਜਿੱਥੇ ਹਰ ਵੇਲੇ ਤੁਹਾਡਾ ਧਿਆਨ ਆਪਣੇ ਆਪ ਉੱਤੇ ਕੇਂਦਰਿਤ ਹੁੰਦਾ ਹੈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਇ। ਮਨ ਦਾ ਜਾਲਾ ਨਹੀਂ ਲੈਂਦਾ ਆਪੇ ਨੂੰ ਪਛਾਣੇ ਬਿਨਾ, ਆਪਣੇ ਆਪ ਵੱਲ ਧਿਆਨ ਕੀਤੇ ਬਿਨਾ। ਬੰਦੇ ਨੇ ਜਦੋਂ ਨਵੇਂ ਕੱਪੜੇ ਪਹਿਨਣੇ ਹਨ, ਤਿਆਰ ਹੋਣਾ ਹੈ, ਤਾਂ ਉਸ ਨੂੰ ਸ਼ੀਸ਼ੇ ਦੀ ਜ਼ਰੂਰਤ ਪੈਂਦੀ ਹੈ। ਉਹ ਸ਼ੀਸ਼ੇ ਦੇ ਸਾਹਮਣੇ ਜਾ ਕੇ ਆਪਣੇ ਆਪ ਨੂੰ ਸਵਾਰਦਾ ਵੀ ਹੈ ਤੇ ਸ਼ਿੰਗਾਰਦਾ ਵੀ ਹੈ। ਜਦੋਂ ਬੰਦੇ ਦੀ ਖੁਦ ਦੀ ਅੱਖ ਨੂੰ ਪ੍ਰਵਾਨਗੀ ਦੇ ਦਿੰਦੀ ਹੈ ਨਾ ਵੀ ਹੁਣ ਤੁਸੀਂ ਠੀਕ ਲੱਗ ਰਿਹਾ, ਫਿਰ ਉਹਨੂੰ ਸੈਟਿਸਫੈਕਸ਼ਨ ਹੁੰਦੀ ਹੈ ਵੀ ਠੀਕ ਹੈ, ਹੁਣ ਚੱਲਦੇ। ਨਹੀਂ ਤਾਂ ਤੁਸੀਂ ਵੇਖਣਾ ਕਈ ਵਾਰ ਬੰਦਾ ਤਿਆਰ ਹੋ ਕੇ ਪਰਿਵਾਰ ਦੇ ਜੀਆਂ ਨੂੰ ਵੱਖਰਿਆਂ ਨੂੰ ਪੁੱਛਦਾ ਹੈ ਮੈਂ ਕਿਵੇਂ ਦਾ ਲੱਗ ਰਿਹਾ, ਉਹ ਸਾਨੂੰ ਕਹਿ ਵੀ ਦੇਣ ਨਾ ਤੂੰ ਠੀਕ ਲੱਗਦਾ, ਤਸੱਲੀ ਨਹੀਂ ਹੁੰਦੀ। ਉਹਨਾਂ ਦੇ ਬਚਨਾਂ ਵਿੱਚ ਵੀ ਸਾਨੂੰ ਇੱਕ ਡਾਊਟ ਰਹਿੰਦਾ ਹੈ, ਉਹਨਾਂ ਦੇ ਕਹਿਣ ਵਿੱਚ ਵੀ ਸਾਨੂੰ ਇੱਕ ਭਰਮ ਰਹਿੰਦਾ ਹੈ ਕਿ ਇਹ ਤਾਂ ਇਹਨਾਂ ਨੇ ਤਾਂ ਚੰਗਾ ਕਹਿਣਾ ਹੀ ਹੈ, ਮੇਰਾ ਪਰਿਵਾਰ ਹੈ, ਕਿਵੇਂ ਕਹਿ ਸਕਦੇ ਨੇ ਤੂੰ ਮਾੜਾ ਲੱਗਦਾ। ਮਾਂ ਕਹਿੰਦੀ ਹੈ, ਪਤਨੀ ਕਹਿੰਦੀ ਹੈ, ਧੀ ਕਹਿੰਦੀ ਹੈ, ਭਰਾ ਕਹਿੰਦਾ ਹੈ, ਪਿਓ, ਕੋਈ ਵੀ ਜੀ ਪਰਿਵਾਰ ਦਾ, ਆਪਾਂ ਉਹਨਾਂ ਨੂੰ ਉਹਨਾਂ ਦੀ ਥਾਂ ਰੱਖ ਕੇ ਕਹਿੰਦੇ ਇਹ ਕਿਵੇਂ ਗਲਤ ਕਹਿ ਸਕਦੇ, ਇਹ ਤਾਂ ਮੇਰੇ ਮਾਂ ਪਿਓ ਨੇ, ਭੈਣ ਭਰਾ ਨੇ, ਇਹ ਥੋੜਾ ਕਹਿਣਗੇ ਤੂੰ ਮਾੜਾ ਲੱਗਦਾ। ਜਾਂ ਆਪਾਂ ਨੂੰ ਇਹ ਵੀ ਹੁੰਦਾ ਵੀ ਹੋ ਸਕਦਾ ਛੇਤੀ ਕਰਕੇ ਕਹਿੰਦੇ ਵੀ ਠੀਕ ਹੈ ਚੱਲ ਤੁਰ। ਹੁਣ ਬੰਦਾ ਆਪਣੀ ਅੱਖ ਨਾਲ ਆਪਣੇ ਆਪ ਨੂੰ ਦੇਖਣ ਦਾ ਯਤਨ ਜੇ ਕਰਨਾ ਚਾਹੇ ਤਾਂ ਉਹ ਸ਼ੀਸ਼ੇ ਸਾਹਮਣੇ ਖਲੋਂਦਾ। ਜਦੋਂ ਉਸ ਦੀ ਆਪਣੀ ਕੌਨਸ਼ੀਅਸ ਅਲਾਓ ਕਰ ਦਿੰਦੀ ਵੀ ਠੀਕ ਹੈ, ਵਧੀਆ ਹੈ, ਫਿਰ ਉਹ ਸੈਟਿਸਫਾਈ ਹੁੰਦਾ, ਸੰਤੁਸ਼ਟ ਹੁੰਦਾ ਵੀ ਠੀਕ ਹੈ। ਹੁਣ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਵਿੱਚ ਜਿਹੜਾ ਉਪਦੇਸ਼ ਹੈ, ਬਾਣੀ ਦਾ ਸ਼ਬਦ ਹੈ, ਇਹ ਸ਼ੀਸ਼ਾ ਹੈ ਵੀ ਮੈਂ ਆਪਣੇ ਆਪ ਨੂੰ ਕਿਵੇਂ ਸਵਾਰਾਂ, ਮੈਨੂੰ ਕਿਵੇਂ ਪਤਾ ਲੱਗੇ ਮੈਂ ਕਿਹੋ ਜਿਹਾ ਲੱਗਣਾ ਚਾਹੀਦਾ। ਹੰਕਾਰੀ ਮੈਨੂੰ ਕਹੇਗਾ ਤੂੰ ਠੀਕ ਲੱਗਦਾ, ਕਿਉਂਕਿ ਜਦੋਂ ਮੈਂ ਹੰਕਾਰ ਕਰਦਿਆ ਹੋਵਾਂ, ਉਹ ਕਰ ਰਿਹਾ ਤੇ ਸਾਰਿਆਂ ਦੀ ਆਪਸ ਤਾਲਮੇਲ ਬਣ ਜਾਂਦਾ। ਉਹ ਕਹੇਗਾ ਠੀਕ ਹੈ, ਸਵਾਰਥੀ ਕਹੇਗਾ ਠੀਕ ਹੈ, ਚੁਗਲ ਕਹੇਗਾ ਠੀਕ ਹੈ, ਨਿੰਦਕ ਕਹੇਗਾ ਠੀਕ ਹੈ। ਜਿਹਦੇ ਮੁਤਾਬਕ ਮੈਂ ਢਲਦਾ ਗਿਆ ਉਹਦੇ ਮੁਤਾਬਕ ਮੈਂ ਠੀਕ ਹੋ ਜਾਣਾ। ਜਿਹਦੇ ਮੁਤਾਬਕ ਮੈਂ ਢਲ ਨਾ ਸਕਿਆ ਉਹਨੇ ਕਹਿਣਾ ਨਹੀਂ ਤੂੰ ਚੰਗਾ ਨਹੀਂ ਲੱਗਦਾ, ਤੂੰ ਵਧੀਆ ਨਹੀਂ ਲੱਗਦਾ। ਇਵੇਂ ਹੀ ਹੈ ਨਾ ਜੀ ਸਮਾਜ। ਜਿਸ ਮਨੁੱਖ ਨੂੰ ਜਿਹੜੀ ਚੀਜ਼ ਪਸੰਦ ਹੈ, ਜੇ ਤੁਸੀਂ ਉਹਦੇ ਮੁਤਾਬਕ ਉਹ ਕਰਮ ਕਰ ਲਓ ਤਾਂ ਤੁਸੀਂ ਆਪੇ ਹੀ ਚੰਗੇ ਹੋ, ਤੁਸੀਂ ਉਹਨੂੰ ਮਾੜੇ ਥੋੜਾ ਲੱਗੋਗੇ। ਅਗਲਾ ਜਦੋਂ ਇੰਨੀ ਦੂਰ ਤੋਂ ਚੁਗਲੀ ਸੁਣਨ ਆਇਆ, ਚਾਰ ਸੁਣਾ ਦਿਓ ਤੇ ਅਗਲਾ ਕਹਿੰਦਾ ਵੀ ਬੰਦਾ ਹੀ ਇਹ ਮਿਲਿਆ ਮੈਨੂੰ, ਮੇਰੀ ਤਾਂ ਕੰਪਨੀ ਇਹਦੇ ਨਾਲ ਵਧੀਆ ਹੈ। ਚੁਗਲੀ ਸੁਣਨਾ ਚਾਹੁੰਦਾ ਹੈ, ਨਿੰਦਾ ਸੁਣਨਾ ਚਾਹੁੰਦਾ ਹੈ, ਹੰਕਾਰ ਦੀ ਗੱਲ ਉਹਨੂੰ ਪਸੰਦ ਹੈ ਤੇ ਕਹਿ ਦਿਓ ਜੀ ਵਾਹ ਵਾਹ, ਤੁਹਾਡੇ ਵਰਗਾ ਤਾਂ ਦੁਨੀਆ 'ਚ ਬੰਦਾ ਹੀ ਨਹੀਂ, ਮੈਂ ਪਹਿਲੀ ਵਾਰ ਵੇਖਿਆ। ਉਹਨੂੰ ਖੁਰਾਕ ਮਿਲ ਗਈ, ਉਹ ਇਹੋ ਹੀ ਤਾਂ ਲੱਭ ਰਿਹਾ ਸੀ ਸਾਰਾ ਦਿਨ। ਉਹ ਬੰਦਾ ਜਦੋਂ ਆਪਣੇ ਵੱਡਪਣ ਦੀਆਂ ਗੱਲਾਂ ਸੁਣਾਉਂਦਾ ਤੇ ਉਹਨੂੰ ਕਹੋ ਵੀ ਬਹੁਤ ਵਧੀਆ ਜੀ, ਤੁਸੀਂ ਸੱਚਮੁੱਚ ਹੀ ਬੜੇ ਮਹਾਨ ਹੋ। ਇਹ ਗੱਲ ਕਿਹਨੂੰ ਮਾੜੀ ਲੱਗਦੀ ਹੈ, ਕਿਹਨੂੰ ਬੁਰੀ ਲੱਗਦੀ ਹੈ? ਇਸ ਵਾਸਤੇ ਜਿਹੜਾ ਇਹ ਜਿਹੜੀ ਖੁਰਾਕ ਅਸੀਂ ਬਣਾਈ ਹੋਈ ਹੈ, ਇਹਦੇ ਮੁਤਾਬਕ ਜੇ ਤੁਸੀਂ ਢਲ ਜਾਂਦੇ ਹੋ ਦੂਜੇ ਮੁਤਾਬਕ, ਤਾਂ ਤੁਹਾਡੀ ਉਹਦੀ ਦ੍ਰਿਸ਼ਟੀ ਵਿੱਚ, ਉਹਦੀ ਨਜ਼ਰ ਵਿੱਚ ਤੁਸੀਂ ਸਭ ਤੋਂ ਵਧੀਆ ਬੰਦੇ ਹੋ। ਇਹ ਉਵੇਂ ਹੀ ਹੈ ਜਿਵੇਂ ਅਸੀਂ ਸਾਰਿਆਂ ਨੂੰ ਪੁੱਛਦੇ ਵੀ ਮੈਂ ਕਿਹੋ ਜਿਹਾ ਲੱਗ ਰਿਹਾ, ਤੇ ਸਾਡੀ ਕੋਸ਼ਿਸ਼ ਵੀ ਇਹੋ ਹੀ ਰਹਿੰਦੀ ਹੈ ਕਿ ਕਿਸੇ ਦੀ ਨਜ਼ਰ ਵਿੱਚ ਅਸੀਂ ਮਾੜੇ ਨਾ ਸਾਬਤ ਹੋ ਜਾਈਏ। ਭਾਵੇਂ ਡਿੱਗਣਾ ਪਵੇ ਡਿੱਗ ਪਾਓ, ਮੰਦਾ ਕਰਨਾ ਪਏ ਕਰ ਲਓ, ਪਰ ਅਗਲੇ ਦੀ ਨਜ਼ਰ ਦੇ ਵਿੱਚ ਸਾਨੂੰ ਘੱਟੋ ਘੱਟ ਚੰਗਾ ਮੰਨਿਆ ਜਾਣਾ ਚਾਹੀਦਾ ਹੈ। ਉਹ ਜਿਹੜਾ ਵੱਡਪਣ ਅਸੀਂ ਚਾਹੁੰਦੇ ਹੁੰਦੇ ਆ, ਉਹ ਬਹੁਤ ਡਿੱਗ ਕੇ ਬੜੇ ਜ਼ਫਰ ਜਾਲ ਕੇ ਅਸੀਂ ਇਕੱਠਾ ਕਰਦੇ ਹਾਂ। ਅਸੂਲਾਂ ਤੋਂ ਵੀ
ਲਾਪਰਵਾਹ ਹੋ ਕੇ ਸਾਨੂੰ ਉਹ ਕਰਨਾ ਪੈਂਦਾ ਹੈ। ਮੰਦਾ ਆਚਰਣ ਵੀ ਬਣਾਉਣਾ ਪੈਂਦਾ ਹੈ। ਹੰਕਾਰ ਨੂੰ ਪੱਠੇ ਵੀ ਪਾਉਣੇ ਪੈਂਦੇ ਨੇ, ਹਰ ਚੀਜ਼, ਕਿਉਂਕਿ ਅਸੀਂ ਉਸ ਬੰਦੇ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਹੋਣ ਦੀ ਕੋਸ਼ਿਸ਼ ਕਰ, ਇਹਦੀ ਨਜ਼ਰ ਵਿੱਚ ਇਹ ਮੈਨੂੰ ਕਹਿ ਦੇ ਵੀ ਤੂੰ ਚੰਗਾ ਬੰਦਾ, ਤੂੰ ਸੋਹਣਾ ਲੱਗਦਾ। ਇਹ ਸੁਹੱਪਣ ਨਹੀਂ ਹੈ, ਇਹ ਮਖੌਟਾ ਹੈ। ਨੈਚੁਰਲ ਸੁਹੱਪਣ ਦੇ ਵਿੱਚ ਤੇ ਮਖੌਟੇ ਦੇ ਵਿੱਚ ਬੜਾ ਫਰਕ ਹੁੰਦਾ। ਮੈਂ ਕੋਈ ਜਾਲੀ ਮਖੌਟਾ ਆਪਣੇ ਚਿਹਰੇ ਦੇ ਉੱਤੇ ਪਾ ਲਵਾਂ ਤੇ ਫਿਰ ਮੈਨੂੰ ਕਹੇ ਤੂੰ ਹੁਣ ਸੋਹਣਾ ਲੱਗਦਾ, ਤੇਰਾ ਜਿਹੜਾ ਤੈਨੂੰ ਰੱਬ ਨੇ ਚਿਹਰਾ ਦਿੱਤਾ ਬਿਲਕੁਲ ਬਦਸੂਰਤ ਸੀ ਤੇਰਾ, ਤੂੰ ਮਖੌਟਾ ਪਾ ਕੇ ਰੱਖਿਆ ਕਰ। ਅਸੀਂ ਟ੍ਰੇਨਿੰਗ ਹੀ ਇਹ ਲੈਂਦੇ ਹਾਂ ਤੇ ਟ੍ਰੇਨਿੰਗ ਹੀ ਇਹ ਦਿੰਦੇ ਹਾਂ, ਤੇ ਸਾਨੂੰ ਪ੍ਰਵਾਨ ਵੀ ਅਸੀਂ ਪੱਕਾ ਹੀ ਇਹ ਧਾਰਨਾ ਬਣਾਈ ਹੋਈ ਵੀ ਜਿਹਦੇ ਕੋਲ ਮਖੌਟਾ ਉਹ ਚੰਗਾ ਬੰਦਾ, ਜਿਹਦੇ ਕੋਲ ਮਖੌਟਾ ਨਹੀਂ ਉਹ ਤਾਂ ਜੀ ਠੀਕ ਹੀ ਨਹੀਂ ਹੈ ਬੰਦਾ। ਇਹ ਜਿਹੜੀ ਚੀਜ਼ ਹੈ, ਇਸੇ ਨੂੰ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ। ਭਗਤ ਦੁਨੀਆ ਨੂੰ ਬੁਰਾ ਕਿਉਂ ਲੱਗਦਾ? ਅੱਜ ਸਾਨੂੰ ਭਗਤ ਚੰਗੇ ਲੱਗਦੇ, ਉਹਨਾਂ ਦੀ ਬਾਣੀ ਪੜ੍ਹਦੇ, ਉਹਨਾਂ ਦੇ ਜਨਮ ਦਿਨ ਵੀ ਮਨਾਉਂਦੇ ਆਪਾਂ। ਸੋਚੋ ਜੇ ਅੱਜ ਕਬੀਰ ਹੋਵੇ, ਬਾਣੀ ਪੜ੍ਹਨੀ ਹੋਰ ਗੱਲ ਹੈ, ਕਬੀਰ ਸਾਹਿਬ ਸਾਡੇ 'ਚ ਬੈਠੇ ਹੋਣ ਤੇ ਸਾਨੂੰ ਉਹ ਟੋਕਣ ਵੀ ਆਹ ਤੇਰਾ ਕੰਮ ਸਹੀ ਨਹੀਂ, ਚੰਗਾ ਲੱਗੂਗਾ? ਸਾਨੂੰ ਵਧੀਆ ਲੱਗਣਗੇ? ਬਿਲਕੁਲ ਨਹੀਂ। ਮੈਂ ਤੁਹਾਨੂੰ ਇਹ ਕਹਾਂਗਾ ਜੀ, ਮੈਂ ਤਾਂ 30 ਸਾਲ ਤੋਂ ਨਿਤਨੇਮ ਕਰ ਰਿਹਾ, ਤੁਸੀਂ ਮੈਨੂੰ ਸਿਖਾਓਗੇ? ਭਾਵੇਂ ਉਹ ਬੜੀ ਉੱਚ ਆਤਮਾ ਵਾਲੇ ਨੇ, ਪਰ ਮੇਰੀ ਈਗੋ ਅਲਾਓ ਨਹੀਂ ਕਰੇਗੀ ਵੀ ਕਬੀਰ ਸਾਹਿਬ ਮੈਨੂੰ ਕੁਝ ਸਮਝਾਉਣ। ਕਠਿਨ ਹੈ, ਫੇਸ ਕਰਨਾ ਭਗਤ ਨੂੰ ਬਹੁਤ ਕਠਿਨ ਹੈ। ਇਸੇ ਲਈ ਉਹਨਾਂ ਨੇ ਕਿਹਾ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹ ਜੋੜ ਇੱਕੇ ਚੀਜ਼ ਨਾਲ ਹੀ ਬਣ ਸਕਦਾ ਹੈ। ਮੈਂ ਆਪਣੀ ਹਉਮੈ ਦੇ ਲੈਵਲ ਤੋਂ ਥੱਲੇ ਆਵਾਂ, ਨਿਰਮਾਣਤਾ ਵਿੱਚ ਆਵਾਂ ਤੇ ਸਮਰਪਿਤ ਹੋਵਾਂ, ਉੱਦਾਂ ਨਹੀਂ ਬਣ ਸਕਦਾ। ਭਗਤ ਨੂੰ ਖੁਸ਼ਨੂਦੀ ਨਹੀਂ ਚਾਹੀਦੀ, ਭਗਤ ਨੂੰ ਝੂਠਾ ਧਰਵਾਸਾ ਨਹੀਂ ਚਾਹੀਦਾ, ਉਹ ਤਾਂ ਖਰਾ ਸੋਨਾ ਹੈ। ਉਹ ਤਾਂ ਜੋ ਅੰਦਰ ਹੈ ਉਹ ਬਾਹਰ ਹੈ, ਉਹਨੂੰ ਕੋਈ ਲਿਹਾਜ਼ ਨਹੀਂ। ਉਹਨੂੰ ਤੁਸੀਂ ਕੋਈ ਚੰਗਾ ਕਹੋ ਨਾ ਕਹੋ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਉੱਪਰ ਨੇ। ਪਰ ਸਾਨੂੰ ਬਹੁਤ ਫਰਕ ਪੈਂਦਾ ਹੈ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਵਿੱਚ ਜੀਂਦੇ, ਅਸੀਂ ਜ਼ਿੰਦਗੀ ਇਹਨਾਂ ਚੀਜ਼ਾਂ 'ਚ ਮਾਣਦੇ ਹਾਂ। ਤੋ ਇਹ ਫਰਕ ਹੈ ਸਾਡੇ ਤੇ ਉਹਨਾਂ ਦੇ ਜੀਵਨ ਵਿੱਚ, ਬਹੁਤ ਵੱਡਾ ਅੰਤਰ ਹੈ। ਉਹ ਪਰਮ ਸੱਚ ਨੂੰ ਸਮਰਪਿਤ ਸ਼ੁੱਧ ਖਰੀ ਆਤਮਾ ਵਾਲੇ ਹੁੰਦੇ, ਬਿਲਕੁਲ ਲੱਗ ਲਪੇਟ ਤੋਂ ਬਿਲਕੁਲ ਮੁਕਤ। ਇਸੇ ਨੂੰ ਮਨ ਦਾ ਵਿੰਨਿਆ ਜਾਣਾ ਉਹਨਾਂ ਕਿਹਾ, ਜੋੜ ਸਾਂਝ ਸਮਰਪਿਤ ਹੀ ਉਹ ਸਰਵ ਵਿਆਪੀ ਪਰਮੇਸ਼ਰ ਨੂੰ, ਗੁਸਾਈ ਸਾਰਿਆਂ ਦੇ ਮਾਲਕ ਨੂੰ, ਸ੍ਰਿਸ਼ਟੀ ਦੇ ਪਾਲਣਹਾਰ ਨੂੰ। ਫਿਰ ਕਹਿੰਦੇ ਮੇਰਾ ਪ੍ਰਭ ਰਵਿਆ ਸਰ ਬੈਠਾ, ਮੇਰਾ ਪ੍ਰਭੂ ਸਾਰੀਆਂ ਥਾਵਾਂ ਦੇ ਉੱਤੇ ਰਮਿਆ ਹੋਇਆ, ਹਰ ਘਟ ਵਿੱਚ, ਹਰ ਜਗ੍ਹਾ ਤੇ ਮੌਜੂਦ, ਹਰ ਜਗ੍ਹਾ ਤੇ ਉਸ ਦੀ ਸੱਤਾ, ਉਸ ਦੀ ਚੇਤਨਾ, ਉਸ ਦੀ ਜੋਤ, ਉਸ ਦਾ ਹੁਕਮ ਵਰਤ ਰਿਹਾ। ਫਿਰ ਉਹ ਫਰਮਾਉਂਦੇ ਹਨ, ਮੈਂ ਆਪਣੇ ਅੰਦਰ ਦੀ ਵੇਦਨਾ, ਪੀੜਾ, ਦਰਦ, ਮਨ ਦੇ ਅੰਦਰ ਇੱਕ ਜਿਹੜੀ ਪੀੜਤ, ਜਿਹੜੀ ਮਨ ਦਾ ਸੰਤਾਪ ਹੁੰਦਾ, ਇਹਨਾਂ ਨੂੰ ਅਸੀਂ ਫੀਲ ਬਹੁਤ ਘੱਟ ਕਰਦੇ ਹਾਂ, ਸਰੀਰ ਦਾ ਕਰਦੇ ਹਾਂ। ਮਨ ਦੀ ਜਿਹੜੀ ਪ੍ਰੋਬਲਮ ਹੈ, ਮਨ ਦੇ ਜਿਹੜੇ ਰੋਗ ਨੇ, ਮਨ ਦੀ ਜਿਹੜੀ ਦਰਦ ਹੈ, ਮਨ ਦੀ ਜਿਹੜੀ ਵੇਦਨਾ ਹੈ, ਅੰਦਰ ਜਿਹੜੇ ਮਾਨਸਿਕ ਪੀੜਾ, ਜਿਹੜੀ ਮਾਨਸਿਕ ਰੋਗਾਂ ਕਰਕੇ ਜਿਹੜੇ ਤਕਲੀਫਾਂ ਨੇ ਜਿਹੜੀਆਂ ਸਾਡੇ ਅੰਦਰ, ਜਿਸ ਦਿਨ ਅਸੀਂ ਉਹਨਾਂ ਨੂੰ ਮਹਿਸੂਸ ਕਰਨ ਲੱਗ ਪਈਏ, ਉਸ ਦਿਨ ਅਸੀਂ ਪਰਮੇਸ਼ਰ ਵਾਹਿਗੁਰੂ ਦੀ ਨਾਮ ਔਖ ਦੀ ਲੋੜਾਂਗੇ। ਔਖਦ ਤੇਰੋ ਨਾਮ ਦਇਆਲ, ਮੋਇਆ ਤੁਰ ਤੇਰੀ ਗਤ ਨਹੀਂ ਜਾਣੀ। ਮੈਂ ਤਾਂ ਤੇਰੀ ਕਦਰ ਹੀ ਨਹੀਂ ਕੀਤੀ। ਅਸਲ ਦਵਾਈ ਤਾਂ ਤੇਰੇ ਨਾਮ ਹੈ, ਤੇਰੀ ਇਬਾਦਤ ਹੈ। ਫਿਰ ਉਹ ਕਹਿੰਦੇ ਮਨ ਕੀ ਬਿਰਥਾ ਮਨ ਹੀ ਜਾਣੈ, ਕਹਿ ਬੁੱਝ ਲਿਆ ਗਿਆ ਕਹੀਏ। ਮਨ ਦੀ ਪੀੜ ਨੂੰ ਜਾਂ ਤਾਂ ਸਹਿਣ ਵਾਲਾ ਮਨ ਜਾਣਦਾ ਤੇ ਜਾਂ ਉਹ ਪਰਮੇਸ਼ਰ ਵਾਹਿਗੁਰੂ ਜਾਣਦਾ। ਇਸ ਕਰਕੇ ਕਿਹਾ ਵੀ ਉਸ ਅੰਤਰਜਾਮੀ ਜਾਣਨ ਵਾਲੇ ਦੇ ਅੱਗੇ ਕਿਹਾ ਜਾਣਾ ਚਾਹੀਦਾ, ਜਿਸ ਨੂੰ ਪਤਾ ਹੈ ਵੀ ਪੀੜਾ ਵੇਦਨਾ ਕੀ ਹੈ ਤੇ ਜਿਸ ਕੋਲ ਹੱਲ ਹੈ, ਉਸੇ ਨੂੰ ਹੀ ਦੱਸਿਆ ਜਾਣਾ ਉਚਿਤ ਹੈ। ਜੀ ਤਾਂ ਸੰਸਾਰ 'ਚ ਆਪਾਂ ਮੈਨੇ ਬਾਹਰੀ ਦੁੱਖ, ਆਹ ਮਨ ਦੀ ਖੇਡ ਤਾਂ ਬਹੁਤ ਔਖੀ ਹੈ। ਇਹਦੇ ਤਾਂ ਕਿਸੇ ਕੋਲ ਜੇ ਆਪਾਂ ਕਹਿ ਵੀ ਦਈਏ ਨਾ ਤੇ ਅਗਲੇ ਨੂੰ ਪਹਿਲੀ ਗੱਲ ਸਮਝ ਹੀ ਨਹੀਂ ਆਉਣੀ, ਬੰਦਾ ਕਹਿੰਦਾ ਕੀ ਹੈ, ਇਹਨੂੰ ਪ੍ਰੋਬਲਮ ਕੀ ਹੈ। ਚੰਗਾ ਭਲਾ ਤੇ ਹੈ, ਸਾਨੂੰ ਸਾਰਾ ਰੋਗ, ਸਾਰਾ ਦੁੱਖ ਦੀਦਾ ਹੀ ਫਿਜ਼ੀਕਲੀ ਹੈ।
ਨਾ ਅਸੀਂ ਅੰਤਰਮੁਖੀ ਹਾਂ, ਨਾ ਸਾਨੂੰ ਖੁਦ ਦਾ ਪਤਾ, ਨਾ ਦੂਜੇ ਦਾ ਪਤਾ ਲੱਗਦਾ। ਜੇ ਅਗਲਾ ਉਸ ਤਲ ਤੇ ਮਹਿਸੂਸ ਕਰਕੇ ਦੱਸਣ ਵੀ ਲੱਗ ਪਿਆ ਤੁਹਾਨੂੰ, ਸਾਨੂੰ ਲੱਗੇਗਾ ਪਾਗਲ ਆਦਮੀ ਹੈ। ਚੰਗਾ ਭਲਾ ਹੈ, ਇੰਨੇ ਟਰੱਕ ਚੱਲਦੇ ਨੇ, ਇੰਨੇ ਇਹਦੇ ਸਟੋਰ ਨੇ, ਇੰਨੀਆਂ ਦੁਕਾਨਾਂ ਨੇ, ਸਾਰਾ ਕੁਝ ਵੈਲ ਸੀ, ਪ੍ਰੋਬਲਮ ਕੀ ਹੈ? ਸਰੀਰ ਵੀ ਠੀਕ ਹੈ। ਸਾਡੇ ਲਈ ਜੋ ਠੀਕ ਠਾਕ ਹੈ ਉਹ ਸਭ ਕੁਝ ਬਾਹਰ ਦਾ ਹੀ ਹੈ। ਪਰ ਉਹ ਜਿਹੜੀ ਗੁਰੂ ਸਾਹਿਬ ਕਹਿੰਦੇ ਅੰਤਰ ਚਿੰਤਾ ਨੈਣੀ ਸੁਖੀ, ਅੱਖਾਂ ਨਾਲ ਸੁਖੀ ਦੀਦਾ ਬੰਦਾ ਹੋ ਸਕਦਾ, ਅੰਦਰ ਕਿੰਨੇ ਗਮ ਤੇ ਦੁੱਖ ਲੈ ਕੇ ਬੈਠਾ ਹੋਵੇ, ਜੀਵਨ ਦਾ ਪੰਧ ਸਫ਼ਰ ਕਰ ਰਿਹਾ, ਉਹ ਕਿਸੇ ਨੂੰ ਨਹੀਂ ਦੀਦਾ। ਉਹਦੀ ਗੱਲ ਹੀ ਫਜ਼ੂਲ ਲੱਗਦੀ ਹੈ ਸਾਨੂੰ। ਉਹ ਜਿਹੜੇ ਰੋਗ ਹਨ ਅੰਦਰ, ਉਹ ਕਿਹਨੂੰ ਦੱਸੇ ਜਾਣ, ਕਿਹਨੂੰ ਬਿਆਨ ਕੀਤੇ ਜਾਣ? ਕੌਣ ਹੈ ਜਿਹੜਾ ਉਹ ਸੁਣ ਸਕਦਾ ਤੇ ਕੌਣ ਹੈ ਜਿਹੜਾ ਸਮਝ ਸਕਦਾ, ਤੇ ਸਭ ਤੋਂ ਵੱਡੀ ਗੱਲ ਕੌਣ ਹੈ ਜਿਹੜਾ ਉਹਦਾ ਇਲਾਜ ਕਰ ਸਕਦਾ? ਤੇ ਇਸ ਵਾਸਤੇ ਫਰਮਾਉਂਦੇ ਨੇ ਅੰਤਰਜਾਮੀ ਰਾਮ ਰਵਾਈ ਮੈਂ ਡਰ ਕੈਸੇ। ਕਹਿੰਦੇ ਮੈਨੂੰ ਹੁਣ ਕੋਈ ਡਰ ਨਹੀਂ, ਮੈਨੂੰ ਕੋਈ ਡਰ ਰੱਖਣਾ ਹੀ ਨਹੀਂ ਚਾਹੀਦਾ ਅੰਦਰ। ਕਿਉਂ ਭਲਾ? ਜਿਹੜਾ ਅੰਤਰਜਾਮੀ ਹੈ, ਸਭ ਘਟ ਦੀ ਜਾਣਨ ਵਾਲਾ ਹੈ, ਉਹ ਸਰਵਵਿਆਪੀ ਪਰਮੇਸ਼ਰ ਵਾਹਿਗੁਰੂ ਨੂੰ ਮੈਂ ਰਮਦਾ, ਯਾਦ ਕਰਦਾ, ਚੇਤੇ ਕਰਦਾ, ਤੇ ਮੇਰੀਆਂ ਸਾਰੀਆਂ ਵਿਪਦਾਵਾਂ ਦਾ, ਅੰਦਰ ਦੀਆਂ ਤਕਲੀਫਾਂ ਦਾ ਹੱਲ ਉਹਦੀ ਇਬਾਦਤ, ਉਹਦੇ ਨਾਮ, ਉਹਦੇ ਗੁਣਾਂ ਵਿੱਚ, ਉਹਦੀ ਯਾਦ ਵਿੱਚ। ਇਸ ਕਰਕੇ ਮੈਨੂੰ ਕੋਈ ਡਰ ਹੀ ਨਹੀਂ ਰਿਹਾ, ਨਾ ਡਰ ਰੱਖਣ ਦੀ ਲੋੜ ਹੈ। ਮਾਨੈ ਹਾਟ ਮਾਨੈ ਪਾਟ ਮਾਨੈ ਹੈ ਪਾਸਾਰੀ। ਮੇਰਾ ਮਨ ਜਿਹੜਾ ਹੈ, ਮਾਨੈ ਸ਼ਬਦ ਮਨ ਲਈ, ਮਾਨੈ ਮਨ ਵਿੱਚ, ਮਨ ਵਿੱਚ ਹੀ, ਮਨ ਹੀ ਉਹ ਬਾਜ਼ਾਰ ਹੈ, ਮਨ ਵਿੱਚ ਹੀ ਉਹ ਦੁਕਾਨ ਹੈ, ਮਨ ਵਿੱਚ ਹੀ ਉਹ ਪਸਾਰੀ, ਪੰਸਾਰੀ ਜਿਹਨੂੰ ਆਪਾਂ ਕਹਿੰਦੇ ਦੁਕਾਨਦਾਰ, ਜਿਹੜਾ ਚੀਜ਼ਾਂ ਵੇਚਦਾ ਹੈ। ਬਾਜ਼ਾਰ ਹੈ, ਬਾਜ਼ਾਰ ਵਿੱਚ ਦੁਕਾਨ ਹੈ, ਦੁਕਾਨ ਵਿੱਚ ਦੁਕਾਨਦਾਰ ਬੈਠਾ ਹੋਇਆ। ਕਹਿੰਦੇ ਮਨ ਹੀ ਉਹ ਬਾਜ਼ਾਰ ਹੈ, ਮਨ ਵਿੱਚ ਹੀ ਉਹ ਹੱਟੀ ਹੈ, ਤੇ ਮਨ ਵਿੱਚ ਹੀ ਉਹ ਵੇਚਣ ਵਾਲਾ, ਸੌਦਾ ਵੇਚਣ ਵਾਲਾ, ਜਿੱਥੋਂ ਵੱਤ ਲੱਭਣੀ। ਕੋਈ ਚੀਜ਼ ਸਾਨੂੰ ਲਿਖਦਾ ਹੈ ਨਾ ਵੀ ਤੁਹਾਨੂੰ ਜੇ ਆਹ ਬਿਮਾਰੀ ਹੈ ਤੇ ਆਹ ਚੀਜ਼ ਲਵੋ ਦੁਕਾਨ ਤੋਂ ਤੇ ਇਸ ਦਾ ਸੇਵਨ ਕਰੋ, ਇਹਨੂੰ ਖਾਇਆ ਕਰੋ। ਆਪਾਂ ਹੁਣ ਬਾਜ਼ਾਰ 'ਚ ਜਾਵਾਂਗੇ, ਪਹਿਲਾਂ ਇਸ ਤਰ੍ਹਾਂ ਹੀ ਕਰਾਂਗੇ ਨਾ, ਬਾਜ਼ਾਰ 'ਚ ਜਾਵਾਂਗੇ, ਫਿਰ ਉਹ ਦੁਕਾਨ ਲੱਭਾਂਗੇ ਵੀ ਚੀਜ਼ ਕਿੱਥੋਂ ਮਿਲਦੀ। ਅੱਗੇ ਦੁਕਾਨ ਤੇ ਜਾਈਏ ਤੇ ਦੁਕਾਨਦਾਰ ਵੀ ਤੇ ਹੋਣਾ ਲਾਜ਼ਮੀ ਹੈ ਨਾ। ਦੁਕਾਨ ਹੈ, ਦੁਕਾਨ ਵਿੱਚ ਦੁਕਾਨਦਾਰ ਨਹੀਂ ਹੈ, ਸਾਨੂੰ ਕੀ ਪਤਾ ਲੱਗੇਗਾ ਜਿਹੜੀ ਚੀਜ਼ ਅਸੀਂ ਲੈਣ ਆਏ ਉਹ ਕਿੱਥੇ, ਉਹ ਕਿਹੋ ਜਿਹੀ ਹੈ, ਕੀ ਤੋਂ ਪੁੱਛਾਂਗੇ ਅਸੀਂ? ਤੋ ਬਾਜ਼ਾਰ ਵਿੱਚ ਦੁਕਾਨ ਹੁੰਦੀ, ਦੁਕਾਨ ਵਿੱਚ ਦੁਕਾਨਦਾਰ ਬੈਠਾ, ਅਸੀਂ ਉੱਥੇ ਜਾਂਦੇ ਹਾਂ ਤੇ ਚੀਜ਼ ਲੈ ਲੈਂਦੇ। ਮਹਾਰਾਜ ਕਹਿੰਦੇ ਉਹ ਜਿਹੜੀ ਦਾਤ ਤੈਨੂੰ ਮਿਲਣੀ ਹੈ ਨਾ, ਹੱਲ ਜਿਹੜਾ ਹੈ, ਉਹ ਵਸਤੂ ਵੇਚਣ ਵਾਲਾ ਦੁਕਾਨਦਾਰ ਦੁਕਾਨ ਵਿੱਚ ਬੈਠਾ ਹੈ, ਤੇ ਉਹ ਦੁਕਾਨ ਬਾਜ਼ਾਰ ਵਿੱਚ ਹੈ। ਬਾਜ਼ਾਰ ਵੀ ਤੇਰਾ ਮਨ ਹੈ, ਦੁਕਾਨ ਵੀ ਤੇਰਾ ਮਨ ਹੈ, ਤੇ ਉਹ ਦੁਕਾਨਦਾਰ ਵੀ ਤੇਰੇ ਮਨ 'ਚ ਹੀ ਹੈ, ਬਾਹਰ ਕਿਤੇ ਨਹੀਂ। ਮਾਨੈ ਹਾਟ ਮਾਨੈ ਪਾਟ ਮਾਨੈ ਹੈ ਪਾਸਾਰੀ, ਮਾਨੈ ਬਾਸੈ ਨਾਨਾ ਭੇਦੀ। ਕਈ ਭਾਂਤਾਂ ਨਾਲ ਸਾਰੀ ਕੁਦਰਤ ਵਿੱਚ ਵਸਣ ਵਾਲਾ ਪਰਮੇਸ਼ਰ ਮਾਨੈ ਬਾਸੈ, ਮਨ ਵਿੱਚ ਹੀ ਵਸਦਾ, ਅੰਦਰ ਹੀ ਵਸਦਾ, ਤੇਰੇ ਹਿਰਦੇ ਵਿੱਚ ਹੀ ਹੈ। ਭਰਮਤ ਹੈ ਸੰਸਾਰੀ, ਕਹਿੰਦੇ ਅਸੀਂ ਬਾਹਰੀ ਸੰਸਾਰ ਦੇ ਰੂਪ ਰੰਗ ਆਕਾਰ ਵੇਖ ਕੇ ਭਟਕਦੇ ਰਹੇ ਨੇ, ਮੋਹ ਵਸ, ਲੋਭ ਲਾਲਚ, ਹੰਕਾਰ ਤੇ ਹਿਰਸ ਵਿੱਚ ਅਸੀਂ ਬਾਹਰ ਹੀ ਭਟਕਦੇ ਹਾਂ ਹਮੇਸ਼ਾ। ਗੁਰ ਕੈ ਸ਼ਬਦ ਇਹ ਮਨ ਰਾਤਾ, ਦੁਬਦਾ ਸਹਿਜ ਸਮਾਣੀ। ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਰਤਿਆ, ਰੰਗਿਆ, ਪ੍ਰਭਾਵ ਵਿੱਚ ਆ। ਰਤੇ ਦਾ ਮਤਲਬ ਹੁੰਦਾ ਜਿਵੇਂ ਆਪਾਂ ਕੱਪੜੇ ਨੂੰ ਰੰਗ ਚੜ੍ਹਦੇ, ਮਤਲਬ ਕੱਪੜੇ ਦੇ ਉੱਤੇ ਉਸ ਕਲਰ ਦਾ, ਰੰਗ ਦਾ ਪ੍ਰਭਾਵ ਪੈ ਜਾਣਾ, ਇਹ ਹੁੰਦਾ ਨਾ। ਮਨ ਜਦੋਂ ਗੁਰੂ ਉਪਦੇਸ਼ ਦਾ ਪ੍ਰਭਾਵ ਗ੍ਰਹਿਣ ਕਰਦਾ ਹੈ, ਇੰਪ੍ਰੈਸ ਹੁੰਦਾ ਹੈ, ਤਾਂ ਕਹਿੰਦੇ ਨੇ ਦੁਬਦਾ ਸਹਿਜ ਸਮਾਣੀ। ਕਨਫਿਊਜ਼ਨ, ਦੋ ਚਿੱਤਾਪਨ। ਇੱਕ ਤਾਂ ਹੁੰਦਾ ਸਟ੍ਰੇਟ, ਤੁਸੀਂ ਆਪਣੇ ਰਾਹ ਤੇ ਤੁਰੇ ਜਾ, ਤੁਹਾਨੂੰ ਪਰਵਾਹ ਹੀ ਨਹੀਂ ਵੀ ਆਸੇ ਪਾਸੇ ਕੀ ਹੈ। ਦੁਬਦਾ ਉਹ ਮਨੋ ਅਵਸਥਾ ਹੈ ਜਿੱਥੇ ਤੁਹਾਨੂੰ ਇੱਕ ਪਾਸੇ ਜਾਂਦਿਆਂ ਹੋਇਆਂ ਤੁਹਾਨੂੰ ਲੱਗਦਾ ਵੀ ਆਹ ਵੀ ਇੱਕ ਥਾਟ ਹੈ, ਆਹ ਵੀ ਇੱਕ ਚੀਜ਼ ਹੈ। ਫਿਰ ਤੁਸੀਂ ਕਨਫਿਊਜ਼ ਹੋਣੇ ਵੀ ਹੁਣ ਮੈਂ ਇੱਧਰ ਜਾਵਾਂ ਕਿ ਇੱਧਰ ਜਾਵਾਂ। ਇਹ ਆਏਗੀ, ਇਹ ਵੀ ਸਟੇਜ ਆਉਣੀ ਹੈ। ਅਸੀਂ ਮਨਮਤ ਦੇ ਧਾਰਨੀ ਆ, ਮੰਨ ਲਓ ਜੇ ਗੁਰੂ ਦੀ ਮੱਤ ਹੈ, ਕਨਫਿਊਜ਼ਨ ਹੋਏਗੀ, ਆਪਾਂ ਕਹਾਂਗੇ ਕਿ ਇਹ ਕੀ ਮਸਲਾ ਬਣ ਗਿਆ। ਬਹੁਤੇ ਲੋਕ ਇਸੇ ਧਰਮ ਦੀ ਦੁਨੀਆ 'ਚ ਵੇਖੋ ਇਹ ਸਟੇਜ ਬਣਦੀ ਹੈ। ਇੱਕ ਤਾਂ ਉਹਨੇ ਜਿਹਨਾਂ ਨੂੰ ਕੋਈ ਲੈਣ ਦੇਣ ਹੀ ਨਹੀਂ, ਉਹ ਕਹਿੰਦੇ ਜੀ ਸਾਨੂੰ ਕੋਈ ਮਤਲਬ ਨਹੀਂ। ਦੂਜੇ ਉਹ ਨੇ ਜਿਹੜੇ ਆ ਕੇ ਕਹਿਣਗੇ ਜੀ ਫਲਾਂ ਬੰਦੇ ਨੇ ਤਾਂ ਇਵੇਂ ਕਿਹਾ ਸੀ, ਦੂਜਾ ਇਵੇਂ ਕਹਿੰਦਾ, ਮੈਂ ਹੁਣ ਕਿਵੇਂ ਕਰਾਂ। ਕਰਨਾ ਕੁਝ ਵੀ ਨਹੀਂ ਹੁੰਦਾ ਉਹਨਾਂ ਨੇ ਮਸਲੇ ਵਿੱਚ ਜੀਣਾ ਹੁੰਦਾ, ਆਦਤ ਬਣ ਗਈ ਹੁੰਦੀ।
ਤੁਸੀਂ ਵੇਖੋ ਉਹਨਾਂ ਨੂੰ ਕੀ ਹੁੰਦਾ ਹੈ। ਗੱਲ ਕਹਿਣ ਦਾ ਅੰਦਾਜ਼ ਵੱਖਰਾ ਹੋ ਸਕਦਾ ਹੈ, ਪਰ ਸੱਚ ਤਬਦੀਲ ਨਹੀਂ ਹੁੰਦਾ ਕਦੇ, ਇਹ ਸਮਝੀਏ। ਹੁਣ ਭਾਸ਼ਾਈ ਪੱਖ ਤੋਂ ਨਾਮਦੇਵ ਸਾਹਿਬ ਜੀ ਦੀ ਸ਼ਬਦ ਚੋਣ ਤੇ ਕਬੀਰ ਸਾਹਿਬ ਜੀ ਦੀ ਸ਼ਬਦ ਚੋਣ ਵੀ ਵੱਖਰੀ ਵੱਖਰੀ, ਆਪਾਂ ਇਸ ਤਰ੍ਹਾਂ ਕਹਿੰਦੇ ਨਾ, ਪਰ ਸੱਚ ਥੋੜ੍ਹੀ ਬਦਲਿਆ। ਸੱਚ ਜੋ ਕਬੀਰ ਜੀ ਦੇ ਅੰਦਰ ਉਹ ਨਾਮਦੇਵ ਸਾਹਿਬ ਦੇ ਅੰਦਰ ਹੈ। ਜੇ ਅਸੀਂ ਸੱਚ ਦੇ ਅਭਿਆਸੀ, ਫੁੱਲਾਂ ਦੇ ਰੰਗ ਵੱਖਰੇ ਵੱਖਰੇ ਹੋ ਸਕਦੇ ਨੇ, ਭਵਰਾ ਜਿਹੜਾ ਉਹ ਨਾ ਤਾਂ ਫੁੱਲ ਦੇ ਆਕਾਰ, ਨਾ ਰੰਗ, ਨਾ ਉਹਦੀ ਬਣਤਰ ਦਾ ਕਰਕੇ ਫੁੱਲ ਕੋਲ ਜਾਂਦਾ, ਉਹਦੀ ਸੁਗੰਧ ਕਰਕੇ ਜਾਂਦਾ। ਜੇ ਸੱਚ ਦੀ ਜਗਿਆਸਾ ਅੰਦਰ ਹੋਵੇ ਤਾਂ ਇਹ ਮਾਇਨੇ ਨਹੀਂ ਰੱਖਦਾ ਹੁੰਦਾ ਵੀ ਕੋਈ ਕਿਸ ਤਰ੍ਹਾਂ ਸਮਝਾਉਂਦਾ, ਕੋਈ ਕਿਸ ਤਰ੍ਹਾਂ ਦੱਸਦਾ, ਕੋਈ ਕਿਸ ਤਰ੍ਹਾਂ ਕਹਿੰਦਾ, ਇਹ ਗੱਲਾਂ ਮਾਈਨਰ ਹੋ ਜਾਂਦੀਆਂ। ਪਰ ਧਰਮ ਦਾਇਰੇ ਵਿੱਚ ਸਾਰੀ ਖੇਡ ਹੀ ਇੱਥੇ ਖੜੀ ਹੈ, ਸਾਰਾ ਕੁਝ ਖੜਾ ਹੀ ਇਸ ਜਗ੍ਹਾ ਦੇ ਉੱਤੇ। ਧਰਮ ਨਹੀਂ, ਮੈਂ ਮਜ਼ਹਬ ਦੇ ਦਾਇਰੇ 'ਚ ਕਹਿੰਦਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੁਬਿਧਾ, ਕਨਫਿਊਜ਼ਨ ਜਿਹੜੀ ਹੈ, ਦੁਚਿੱਤਾਪਨ ਹੈ, ਉਹ ਆਤਮਕ ਅਡੋਲਤਾ ਵਿੱਚ ਵਲੀਨ, ਭਾਵ ਉਹ ਦੁਚਿੱਤਾਪਨ ਖਤਮ ਹੋ ਜਾਂਦਾ ਹੈ ਆਤਮਕ ਅਡੋਲਤਾ ਆਉਣ ਨਾਲ। ਬੈਲੈਂਸ, ਟਿਕਾ ਜਿਹੜਾ ਮਨ ਦਾ। ਫਿਰ ਕਹਿੰਦੇ ਨੇ ਸਭੋ ਹੁਕਮ, ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ। ਸਮਤ ਨਹੀਂ, ਸਮਤ। ਸਮਤ ਦਾ ਮਤਲਬ ਹੁੰਦਾ ਬਰਾਬਰਤਾ, ਸਮਦਰਸ਼ੀ। ਸਮਤ ਦਾ ਮਤਲਬ ਹੈ ਚੰਗੀ ਮੱਤ। ਤੋ ਹਜ਼ੂਰ ਮਹਾਰਾਜ ਫਰਮਾਉਂਦੇ ਨੇ ਸਭੋ ਹੁਕਮ, ਹੁਕਮ ਹੈ ਆਪੇ। ਉਹ ਹੁਕਮ ਦਾ ਮਾਲਕ ਹੁਕਮ ਹੀ ਆਪਣੇ ਹੁਕਮ ਦੇ ਨਾਲ ਹੀ ਹਰ ਜਗ੍ਹਾ ਤੇ ਉਹਦੇ ਹੁਕਮ ਦਾ ਵਰਤਾਰਾ ਹੀ ਵਰਤ ਰਿਹਾ ਹੈ। ਜਦੋਂ ਜੀਵ ਇਸ ਚੀਜ਼ ਨੂੰ ਵਿਚਾਰ ਲੈਂਦਾ, ਜਦੋਂ ਆਤਮਕ ਅਡੋਲਤਾ ਵਿੱਚ ਆ ਜਾਂਦਾ, ਫਿਰ ਉਹਨੂੰ ਹੁਕਮ ਦਾ ਵਰਤਾਰਾ ਹੀ ਸਾਰੇ ਪਾਸੇ ਵਰਤਦਾ ਅਨੁਭਵ ਹੁੰਦਾ ਹੈ। ਫਿਰ ਉਹ ਫਰਮਾਉਂਦੇ ਹਨ ਨਿਰਭਉ, ਉਹ ਭੈ ਡਰ ਤੋਂ ਮੁਕਤ ਹੋ ਜਾਂਦਾ, ਅੰਦਰੋਂ ਉਹਦੇ ਸਹਿਮ ਮੁੱਕ ਜਾਂਦਾ। ਸਮਤ ਦਾ ਮਤਲਬ ਸਮ ਦ੍ਰਿਸ਼ਟੀ ਵਾਲਾ, ਸਮਦਰਸ਼ੀ ਹੋ ਜਾਂਦਾ, ਬਰਾਬਰਤਾ। ਸਾਰੀਆਂ ਜਗ੍ਹਾ ਤੇ ਪਰਮੇਸ਼ਰ ਦੀ ਹਸਤੀ ਵਰਤ ਰਹੀ ਮਹਿਸੂਸ ਹੁੰਦੀ ਹੈ। ਜੋ ਜਨ ਜਾਣ ਭਜੈ ਪੁਰਖੋਤਮ, ਜੋ ਜਨ ਜਾਣ ਕੇ, ਸਮਝ ਕੇ, ਵਿਚਾਰ ਕੇ ਭਜਦੇ ਜਪਦੇ ਹਨ ਪੁਰਖੋਤਮ, ਸਭ ਤੋਂ ਸ੍ਰੇਸ਼ਟ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਨੂੰ। ਤਾਚੀ ਅਵਗਤ ਬਾਣੀ, ਉਹਨਾਂ ਦੀ ਬੋਲ ਬਾਣੀ, ਉਹਨਾਂ ਦਾ ਕਥਨ ਜਿਹੜਾ ਹੈ ਉਹ ਵਾਹਿਗੁਰੂ ਦੇ ਨਾਮ ਵਿੱਚ ਅਭੇਦ ਹੋ ਜਾਂਦਾ ਹੈ। ਪਰ ਵਾਹਿਗੁਰੂ ਦੀ ਸਿਫਤ ਸਲਾਹ ਉਹਨਾਂ ਦੇ ਜੀਵਨ ਦਾ ਆਧਾਰ ਬਣਦੀ ਹੈ। ਨਾਮਾ ਕਹੈ ਜਗ ਜੀਵਨ ਪਾਇਆ। ਨਾਮਦੇਵ ਜੀ ਕਹਿੰਦੇ ਹਨ ਉਹਨਾਂ ਨੇ ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਰ ਨੂੰ ਆਪਣੇ ਅੰਦਰੋਂ ਖੋਜ ਲਿਆ ਹੈ, ਹਾਸਲ ਕਰ ਲਿਆ ਹੈ। ਹਿਰਦੈ ਅਲਖ ਵਿਡਾਣੀ, ਅਲਖ ਨਾ ਲਖਿਆ ਜਾਣ ਵਾਲਾ, ਬੁੱਧੀ ਦੇ ਤਲ ਤੋਂ ਪਰੇ, ਵਿਡਾਣੀ ਅਚਰਜ ਰੂਪ ਵਿੱਚ ਸਾਰੀ ਕੁਦਰਤ ਵਿੱਚ ਵਰਤ ਰਿਹਾ। ਉਹਨਾਂ ਨੂੰ ਆਪਣੇ ਹਿਰਦੇ ਵਿੱਚੋਂ ਹੀ ਵਾਹਿਗੁਰੂ ਹਾਸਲ ਹੋ ਜਾਂਦਾ। ਮਹਾਰਾਜ ਹੋਈਆਂ ਫੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।